ਸਾਡੇ ਹੁਣ 4 ਆਫਿਸਿਸ ਹੈ, ਲੁਧਿਆਣਾ ਹੈ, ਪਟਿਆਲਾ ਹੈ, ਚੰਡੀਗੜ੍ਹ ਹੈ ਤੇ ਕੁਰੂਕਸ਼ੇਤਰ ਹੈ। ਕੱਲ੍ਹ ਸਵੇਰੇ ਸਾਡਾ ਜਿਹੜਾ ਫੇਅਰ ਹੋ ਰਿਹਾ ਉਹ ਪਟਿਆਲਾ ਵਿੱਚ ਹੋ ਰਿਹਾ। ਇਹ ਸਾਰੀ ਟੀਮ ਵਿਦ ਕਾਲਜ ਡੈਲੀਗੇਟਸ ਕੱਲ੍ਹ ਪਟਿਆਲਾ ਪਹੁੰਚ ਰਹੇ ਹੈ ਔਰ ਪਟਿਆਲਾ ਵੀ ਸਾਡਾ ਹੋਟਲ ਮੋਹਨ ਕੰਟੀਨੈਂਟਲ ਦੇ ਵਿੱਚ ਹੈ। ਉਸ ਤੋਂ ਅਗਲੇ ਦਿਨ ਸਾਡਾ 24 ਤਰੀਕ ਨੂੰ ਕੁਰੂਕਸ਼ੇਤਰ ਦੇ ਵਿੱਚ ਹੈ, ਜਿੱਥੇ ਸਾਡਾ ਆਫਿਸ ਹੈ ਸੈਕਟਰ 17 ਦੇ ਵਿੱਚ। ਤੇ ਲਾਸਟ ਜਿਹੜਾ ਸੈਮੀ ਫੇਅਰ ਹੈ ਐਂਡ ਹੋਣਾ ਉਹ ਚੰਡੀਗੜ੍ਹ ਵਿੱਚ ਹੋਣਾ, ਸੈਕਟਰ 8C ਮੱਧਿਆ ਮਾਰਗ ਵਿੱਚ। बहुत ज़्यादा अच्छा इंस्टीट्यूट है, हर स्टूडेंट ते बहुत ज़्यादा अच्छे ध्यान नाल ये पूरा वो करवाते ने। ते मैं कहूँगी कि सारे जने आके विजन ग्रुप विजिट करो। जिन्हां दे बैंड 5.5 ने जां 6 ने तां ਉਹ ਬੱਚਿਆਂ ਦਾ ਕੀ ਬਣ ਸਕਦਾ ਇੱਥੇ ਆਪਣਾ ਜਿਹੜਾ ਵੀਜ਼ਾ ਹੈ। सो जो स्टूडेंट्स अप्लाई करते हैं 1 मॉड्यूल 5.5 पे उनको विद इन डे 1 दिन या मैक्सिमम 2 दिन के अंदर ऑफर लेटर प्रोवाइड किया जाता है। हमारे पास जो बैंड्स रिक्वायरमेंट है वो बहुत मिनिमम है। अंडर ग्रेड्स के बच्चों के लिए डिप्लोमा है, 2 डिप्लोमास हैं जो कि बहुत अच्छा है एंड स्किल बेस्ड है, सो दैट 2 इयर्स डिप्लोमास के बाद आप इमीडिएट जॉब पे लगो। एंड द बैंड विच इज़ रिक्वायर्ड इज़ 6, नो लेस दैन बैंड 5.5, जो कि बहुत नॉमिनल है। ਕੰਪਨੀ ਕੋਈ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰੇਗੀ। ਅੱਜ ਕੰਪਨੀ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਨੇ ਆਫਰ ਲੈਟਰ ਅਪਲਾਈ ਕੀਤਾ, ਸਾਡੇ ਕੰਪਨੀ ਵੱਲੋਂ ਸਿੰਗਲ ਪੈਨੀ ਚਾਰਜ ਨਹੀਂ ਕੀਤੀ। ਉਲਟਾ ਜਿਹੜੇ ਕਾਲਜ ਦੀ ਆਫਰ ਲੈਟਰ ਵੇਵਰ ਪੇਡ ਸੀਗੀ ਉਹਨਾਂ ਦੀ 50% ਵੇਵਰ ਮਿਲੀ। ਯਾਨੀ ਕਿਸੇ ਕਾਲਜ ਅਗਰ ਆਫਰ ਲੈਟਰ $100 ਦਾ ਬੱਚੇ ਨੂੰ $50 ਦੇਣੇ ਪਏ। ਤਾਂ ਸਟੂਡੈਂਟਸ ਲਈ ਬਹੁਤ ਵਧੀਆ ਰਿਹਾ ਇਸ ਫੇਅਰ। ਜ਼ਿਆਦਾ ਸਟੂਡੈਂਟ ਉਹ ਵੀ ਸੀਗੇ ਜਿਨ੍ਹਾਂ ਦਾ ਆਲਰੇਡੀ ਵੀਜ਼ਾ ਕੈਨੇਡਾ ਦਾ ਰਿਫਿਊਜ਼ ਹੋ ਗਿਆ ਸੀ ਜਾਂ ਜਿਨ੍ਹਾਂ ਦੀ ਯੂਕੇ ਦੀਆਂ ਆਫਰ ਲੈਟਰ ਨਹੀਂ ਆ ਰਹੀਆਂ ਸੀਗੀਆਂ। ਅੱਜ ਉਹ ਵੀ ਸਟੂਡੈਂਟ ਨੇ ਸਾਡੇ ਕੋਲ ਆਫਰ ਲੈਟਰ ਅਪਲਾਈ ਕੀਤੀ, ਬਿਕੋਜ਼ ਕਿਤੇ ਨਾ ਕਿਤੇ ਉਹਨਾਂ ਜਦੋਂ ਸਟੂਡੈਂਟ ਦਾ ਤੇ ਕਾਲਜ ਦੇ ਰਿਪਰੈਜ਼ੈਂਟੇਟਿਵ ਨਾਲ ਕਾਉਂਸਲਿੰਗ ਹੁੰਦੀ ਹੈ ਤਾਂ ਸਟੂਡੈਂਟ ਦੇ ਮਨ ਦੇ ਵਿੱਚ ਕਲੀਅਰ ਹੁੰਦਾ ਕਿ ਮੇਰਾ ਕੋਰਸ ਔਰ ਮੇਰਾ ਕਾਲਜ ਸਹੀ ਚੋਣ ਹੋਇਆ। ਤਾਂ ਇਸ ਕਰਕੇ ਸਾਡੇ ਕੋਲ ਕੈਨੇਡਾ ਯੂਕੇ ਦਾ ਬਹੁਤ ਵਧੀਆ ਰਿਸਪੌਂਸ ਮਿਲਿਆ ਸਾਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ। ਅੱਜ ਲੁਧਿਆਣੇ ਦੇ ਇਹ ਹੋਟਲ ਦੇ ਵਿੱਚ ਮੌਜੂਦ ਹਾਂ ਅਸੀਂ, ਜਿੱਥੇ ਵਿਜ਼ਨ ਗਰੁੱਪ ਦੇ ਵੱਲੋਂ ਅੱਜ ਇੰਟਰਨੈਸ਼ਨਲ ਐਜੂਕੇਸ਼ਨ ਫੇਅਰ ਚਲਾਇਆ ਗਿਆ, ਜਿੱਥੇ ਵੱਖ-ਵੱਖ ਦੇਸ਼ਾਂ ਦੇ ਡੈਲੀਗੇਟਸ ਪਹੁੰਚੇ ਨੇ। ਜੋ ਸਟੂਡੈਂਟ ਕੈਨੇਡਾ, ਆਸਟ੍ਰੇਲੀਆ ਔਰ ਯੂਕੇ ਦੇ ਸਟੱਡੀ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਦੇ ਕੁਐਰੀਜ਼ ਜਿਹੜੀਆਂ ਪ੍ਰੋਵਾਈਡ ਕੀਤੀ ਜਾ ਰਹੀਆਂ ਨੇ, ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਜਾ ਰਹੀ ਕਿਸ ਕੰਟਰੀ ਦੇ ਵਿੱਚ ਉਹ ਆਪਣਾ ਜਿਹੜਾ ਵੀਜ਼ਾ ਲਗਵਾ ਸਕਦੇ ਨੇ। ਸੋ ਅੱਜ ਅਸੀਂ ਡੈਲੀਗੇਟਸ ਨਾਲ ਵੀ ਗੱਲਬਾਤ ਕਰਾਂਗੇ, ਵਿਜ਼ਨ ਗਰੁੱਪ ਦੇ ਜਿਹੜੇ ਓਨਰ ਨੇ ਅਨਹੀਸ਼ ਉੱਪਲ ਜੀ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਸਟੂਡੈਂਟਸ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਨੂੰ ਜਿਹੜੀ ਕੁਐਰੀ ਸੀਗੀਆਂ ਕਿ ਉਹਨਾਂ ਨੂੰ ਸੋਲੂਸ਼ਨ ਮਿਲ ਚੁੱਕਾ ਕਿ ਨਹੀਂ। ਸੈਟੀਸਫਾਈ ਉਹਨਾਂ ਦੀ ਸਰਵਿਸ ਤੋਂ ਬਹੁਤ ਜ਼ਿਆਦਾ ਸੈਟਿਸਫਾਈਡ ਹੈ। ਜਿਵੇਂ 5 ਆਊਟ ਆਫ 5 ਰੇਟਿੰਗ ਦਊਂਗਾ। ਰੀਜ਼ਨ ਬਿਹਾਈਂਡ, ਮੈਂ ਜਿਵੇਂ ਪਹਿਲੇ ਸੈਮੀਨਾਰਸ ਅਟੈਂਡ ਕੀਤੇ ਨੇ, ਉਹਨਾਂ ਨੇ ਮੈਨੂੰ ਮੇਰੀਆਂ ਕਮੀਆਂ ਨਹੀਂ ਦੱਸੀਆਂ। ਮੇਰਾ ਇੱਕ ਟਾਈਮ ਰਿਫਿਊਜ਼ਲ ਵੀ ਹੈ, ਉਹਨਾਂ ਨੇ ਮੈਨੂੰ ਦੱਸਿਆ ਨਹੀਂ ਕਿਸ ਕਰਕੇ ਹੈ, ਰੀਜ਼ਨ ਬਿਹਾਈਂਡ ਕੀ ਹੈ ਇਹਦਾ। ਪਰ ਜਦੋਂ ਮੈਂ ਇਹਨਾਂ ਦੇ ਨਾਲ ਗੱਲ ਕੀਤੀ, ਹਨੀਸ਼ ਸਰ ਹੋਰਾਂ ਦੇ ਨਾਲ, ਉਹਨਾਂ ਨੇ ਮੈਨੂੰ ਬਹੁਤ ਪ੍ਰੋਪਰ ਗਾਈਡ ਕੀਤਾ ਕਿ ਕਾਰਨ ਕੀ ਸੀਗਾ। ਉੱਥੇ ਮਿਸਪਲੇਸਮੈਂਟ ਆਫ ਮਾਈ 1 ਡਾਕੂਮੈਂਟ ਹੈਗਾ, ਕੇਪਸ ਨੋਟ ਕਢਵਾਏ ਫਿਰ ਅਸੀਂ, ਉੱਥੇ ਸਾਰਾ ਕਲੈਰੀਫਿਕੇਸ਼ਨ ਹੋਈ ਅਤੇ ਮਤਲਬ ਮੇਰਾ ਪ੍ਰੋਪਰ ਰੀਜ਼ਨ ਕੀ ਸੀਗਾ ਰਿਫਿਊਜ਼ਲ ਦੇ ਪਿੱਛੇ। ਹੁਣ ਮੈਂ ਸੈਟਿਸਫਾਈਡ ਹਾਂ। ਹੁਣ ਆਇਲਸ ਦੀ ਤਿਆਰੀ ਕਰਨ ਲੱਗਾ, ਉਹਦੇ ਬਾਅਦ ਮੈਂ ਆਈ ਐਮ ਡਿਸਾਈਡਿੰਗ ਟੂ ਗੈਟ ਮਾਈ ਵੀਜ਼ਾ। ਮੈंने ਕਿਹਾ ਵੀ 100% ਤੁਹਾਡਾ ਵੀਜ਼ਾ ਲੱਗ ਸਕਦਾ ਹੈ। 100% ਤਾਂ ਕਿਤੇ ਚਾਂਸ ਨਹੀਂ ਹੁੰਦੇ, ਇਹ ਤਾਂ ਲੱਕ ਵੀ ਫੈਕਟਰ ਕਰਦਾ ਇਹਦੇ ਵਿੱਚ। 100% ਸ਼ੋਰਟੀ ਤਾਂ ਕਿਸੇ ਕੋਲੋਂ ਵੀ ਨਹੀਂ ਮਿਲ ਸਕਦੀ। ਸੈਟਿਸਫਾਈਡ ਹੋ ਮਤਲਬ ਤੁਸੀਂ? ਆਈ ਐਮ ਸੈਟਿਸਫਾਈਡ। ਤੁਸੀਂ ਕਿਹੜੀ ਕੰਟਰੀ ਦੇ ਲਈ ਅਪਲਾਈ ਕਰਨਾ ਚਾਹੁੰਦੇ ਸੀ ਤੇ ਇੱਥੇ ਡੈਲੀਗੇਟਸ ਨੇ ਤੁਹਾਨੂੰ ਕੀ ਜਵਾਬ ਦਿੱਤਾ ਹੈ? ਸਰ ਮੈਂ ਯੂਕੇ ਲਈ ਮਤਲਬ ਅਪਲਾਈ ਕਰਨਾ ਚਾਹੁੰਦਾ ਅਤੇ ਇੱਥੇ ਮੈਨੂੰ ਪਹਿਲਾਂ ਜਦੋਂ ਵਿਦਆਊਟ ਆਈਲੈਟਸ ਲੱਗਦਾ ਹੁੰਦਾ ਸੀ ਅਤੇ ਉਦੋਂ ਮੈਂ ਆਪਣਾ ਵਿਜ਼ਨ ਗਰੁੱਪ ਤੋਂ ਫਾਈਲ ਲਵਾਈ ਅਤੇ ਉਦੋਂ ਮੇਰਾ ਨਹੀਂ ਬਣਿਆ ਅਤੇ ਇਹਨਾਂ ਨੇ ਮੈਨੂੰ ਰੈਕਮੈਂਡ ਕੀਤਾ ਕਿ ਤੁਸੀਂ ਪੀਟੀ ਕਰੋ ਅਤੇ ਹੁਣ ਮੈਂ ਪੀਟੀ ਕਰਦਾ ਪਿਆ ਅਤੇ ਹੁਣ ਮੈਂ ਪੀਟੀ ਤੋਂ ਬਾਅਦ ਮੈਂ ਆਪਣਾ ਫਾਈਲ ਲਵਾਊਂਗਾ ਸਤੰਬਰ ਇਨਟੇਕ ਲਈ। ਸੋ ਇਹਨਾਂ ਨੇ ਹੁਣ ਕੀ ਜਵਾਬ ਦਿੱਤਾ ਹੈ ਕਿ ਡੈਲੀਗੇਟਸ ਨਾਲ ਗੱਲਬਾਤ ਕੀਤੀ ਤੁਸੀਂ, ਤੁਹਾਡਾ ਵੀਜ਼ਾ ਲੱਗ ਸਕਦਾ ਹੈ, ਇਹ ਗੱਲ ਕਹੀ ਗਈ ਨਾ? ਤੁਹਾਨੂੰ ਸੈਟਿਸਫਾਈਡ ਹੋ ਤੁਸੀਂ ਉਹਨਾਂ ਦੀ ਸਰਵਿਸ ਤੋਂ? ਹਾਂਜੀ ਸਰ, ਫੁੱਲ ਸੈਟਿਸਫਾਈਡ ਆ ਅਤੇ ਕਹਿੰਦੇ ਮੇਰਾ ਵੀਜ਼ਾ ਲੱਗ ਸਕਦਾ ਅਤੇ ਇਹਨਾਂ ਦੀ ਮੈਂ ਸਰਵਿਸ ਤੋਂ ਬਹੁਤ ਜ਼ਿਆਦਾ ਖੁਸ਼ ਹਾਂ। ਤਾਂ ਕੁਝ ਲੜਕੀਆਂ ਵੀ ਮੌਜੂਦ ਨੇ ਜੋ ਬਾਹਰ ਜਾਣਾ ਚਾਹੁੰਦੀਆਂ, ਸਟੱਡੀ ਕਰਨਾ ਚਾਹੁੰਦੀਆਂ ਨੇ, ਪੁੱਛਦੇ ਇਹਨਾਂ ਕੋਲੋਂ। ਅੱਜ ਫੇਅਰ ਦੇ ਵਿੱਚ ਤੁਸੀਂ ਆਏ ਹੋ ਤਾਂ ਇਹਨਾਂ ਨੇ ਤੁਹਾਨੂੰ ਸਰਵਿਸ ਜਿਹੜੀ ਦਿੱਤੀ ਹੈ, ਕੁਐਰੀਜ਼ ਹੋਣਗੀਆਂ ਤੁਹਾਡੀਆਂ, ਕੁਐਰੀਜ਼ ਤੁਹਾਨੂੰ ਜਿਹੜੀਆਂ ਹੋਣਗੀਆਂ ਮਿਲ ਚੁੱਕੀਆਂ ਨੇ ਤੁਹਾਨੂੰ ਸਾਰਾ ਕੁਝ सोल्यूशन इसका? हाँ जी, सारे क्वेरीज मेरे जो भी डाउट्स हैं मेरे सारे क्लियर हो चुके हैं। सो मैं रिकमेंड बाकी लोगों को भी करूँगी यहाँ पे आएँ, जिन्हों जो भी दूसरों को डाउट्स हैं वो सारे क्लियर करें। और येस, आई वुड लाइक टू गिव दैम रैंक आउट ऑफ 10 आउट ऑफ 10। ਕਿਹੜੀ ਕੰਟਰੀ ਵਿੱਚ ਸਟੱਡੀ ਕਰਨਾ ਚਾਹੁੰਦੇ ਹੋ? कनेडा विच। ਤੇ ਕੀ ਕਿਹਾ ਗਿਆ ਡੈਲੀਗੇਟਸ ਦੇ ਵੱਲੋਂ ਵੀ ਕੈਨੇਡਾ ਬਣ ਸਕਦਾ, ਤੁਹਾਡਾ ਵੀਜ਼ਾ ਲੱਗ ਸਕਦਾ ਹੈ? यस, मेरा कनाडा का वीज़ा लग सकता है। एक्चुअली मैंने 5.5 एक में रीडिंग में मेरे आए थे 5.5। सो उन्होंने कहा है कि आपका लग सकता है फॉर यॉर्कविल यूनिवर्सिटी। पर आपकी अगर आपका रिस्क क्लियर करने के लिए आपको आइल्स द्वारा करनी पड़ेगी, तो मैं आइल्स द्वारा करूँगी।
ਦੋ ਲੜਕੀ ਮੌਜੂਦ ਨੇ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਕਿੰਨੇ ਰੇਟਿੰਗ ਦਿਓਗੇ ਵਿਜ਼ਨ ਗਰੁੱਪ ਨੂੰ ਔਰ ਇਸ ਫੇਅਰ ਦੇ ਵਿੱਚ ਡੈਲੀਗੇਟਸ ਆਏ ਨੇ ਤੁਹਾਨੂੰ ਕੁਐਰੀ ਸੀਗੀਆਂ ਤਾਂ ਕੀ ਸੋਲੂਸ਼ਨ ਦਿੱਤਾ ਗਿਆ ਤੁਹਾਨੂੰ ਮਾਈ ਸੈਲਫ ਪਲਕ ਮੈਂ ਵਿਜ਼ਨ ਗਰੁੱਪ ਨੂੰ ਰੇਟਿੰਗਸ ਦੂੰਗੀ 5 ਵਿੱਚੋਂ 5 ਬਹੁਤ ਜ਼ਿਆਦਾ ਅੱਛਾ ਇੰਸਟੀਟਿਊਟ ਹੈ ਹਰ ਸਟੂਡੈਂਟ 'ਤੇ ਬਹੁਤ ਜ਼ਿਆਦਾ ਅੱਛੇ ਧਿਆਨ ਨਾਲ ਇਹ ਪੂਰਾ ਉਹ ਕਰਵਾਉਂਦੇ ਨੇ ਅਤੇ ਮੈਂ ਕਹੂੰਗੀ ਕਿ ਸਾਰੇ ਜਣੇ ਆ ਕੇ ਵਿਜ਼ਨ ਗਰੁੱਪ ਵਿਜ਼ਿਟ ਕਰੋ ਔਰ ਇਹ ਸੈਮੀਨਾਰ ਵੀ ਵਿਜ਼ਿਟ ਕਰੋ ਇੱਥੇ ਸਭ ਬਹੁਤ ਜ਼ਿਆਦਾ ਅੱਛੇ ਤਰੀਕੇ ਨਾਲ ਸੁਜੈਸਟ ਕਰਦੇ ਆ ਬੱਚਿਆਂ ਨੂੰ ਕਿ ਉਹਨਾਂ ਨੂੰ ਕਿਹੜਾ ਕੋਰਸ ਸਿਲੈਕਟ ਕਰਨਾ ਚਾਹੀਦਾ ਹੈ ਔਰ ਉਹਨਾਂ ਨੂੰ ਪੂਰਾ ਪ੍ਰੋਪਰ ਦੱਸਦੇ ਆ ਕਿ ਤੁਹਾਡੇ ਇਸ ਬੈਂਡ ਸਕੋਰ ਦੇ ਅਕੋਰਡਿੰਗ ਤੁਹਾਨੂੰ ਇਸ ਕਾਲਜ ਵਿੱਚ ਐਡਮਿਸ਼ਨ ਮਿਲ ਸਕਦੀ ਇੱਥੇ ਫੇਅਰ ਦੇ ਵਿੱਚ ਆਉਂਗੇ ਡਰ ਲੱਗਿਆ ਹੋਣਾ ਨਾ ਪਹਿਲਾਂ ਵੀ ਜਾ ਰਹੇ ਹਾਂ ਪਤਾ ਕਰਨਾ ਪਤਾ ਨਹੀਂ ਲੱਗੂਗਾ ਪਤਾ ਨਹੀਂ ਤਾਂ ਹੁਣ ਸੈਟੀਸਫਾਈਡ ਹੋ ਟੋਟਲੀ ਤੁਸੀਂ ਹਾਂਜੀ ਮੇਰਾ ਫਸਟ ਟਾਈਮ ਸੀਗਾ ਮੈਨੂੰ ਬਹੁਤ ਜ਼ਿਆਦਾ ਡਰ ਸੀਗਾ ਪਹਿਲੇ ਬਟ ਹੁਣ ਮੈਨੂੰ ਲੱਗਦਾ ਹੈ ਕਿ ਸਭ ਅੱਛਾ ਹੀ ਹੋਏਗਾ ਤੁਸੀਂ ਵੀ ਕੈਨੇਡਾ ਜਾਣਾ ਹਾਂਜੀ ਮੈਂ ਵੀ ਕੈਨੇਡਾ ਹੀ ਜਾਣਾ ਹੈ ਹਾਂਜੀ ਸਟੱਡੀ ਲਈ ਸੋ ਕੈਨੇਡਾ ਤੋਂ ਡੈਲੀਗੇਟ ਮੌਜੂਦ ਨੇ ਵਰੁਣ ਜਿਨ੍ਹਾਂ ਨਾਲ ਗੱਲਬਾਤ ਕਰਦੇ ਹਾਂ ਸਰ ਕਿਹੜੇ ਕਾਲਜ ਤੋਂ ਤੁਸੀਂ ਡੈਲੀਗੇਟ ਹੋ जी मेरा इंस्टीट्यूशन कॉलेज एवलॉन है जो मॉन्ट्रियल सिटी में है वहाँ क्यूबेक में ਸਰ ਜਿਵੇਂ ਹੁਣ ਬੱਚੇ ਆਉਂਦੇ ਨੇ ਤਾਂ ਆਪਣੀ ਕੁਐਰੀਜ਼ ਹੁੰਦੀਆਂ ਨੇ ਹਰ ਇੱਕ ਦੀਆਂ ਕੁਐਰੀਜ਼ ਹੁੰਦੀਆਂ ਨੇ ਤਾਂ ਬਹੁਤ ਸਾਰੇ ਅਜਿਹੇ ਵੀ ਬੱਚੇ ਹੁੰਦੇ ਜਿਨ੍ਹਾਂ ਦੇ ਬੈਂਡਸ ਘੱਟ ਹੁੰਦੇ ਨੇ ਨਾ ਉਹਨਾਂ ਨੂੰ ਇਹ ਰਹਿੰਦਾ ਹੈ ਕਿ ਸਾਡੇ ਕਾਲਜ ਸਾਨੂੰ ਪਤਾ ਨਹੀਂ ਪ੍ਰੈਫਰੈਂਸ ਮਿਲੂਗੀ ਕਿ ਨਹੀਂ ਮਿਲੂਗੀ ਸਾਡਾ ਵੀਜ਼ਾ ਮਿਲੂਗਾ ਕਿ ਨਹੀਂ ਮਿਲੂਗਾ ਤਾਂ ਉਹ ਜਿਨ੍ਹਾਂ ਦੇ ਬੈਂਡ 5.5 ਨੇ ਜਾਂ 6 ਨੇ ਤਾਂ ਉਹ ਬੱਚਿਆਂ ਦਾ ਕੀ ਬਣ ਸਕਦਾ ਇੱਥੇ ਆਪਣਾ ਜਿਹੜਾ ਵੀਜ਼ਾ ਹੈ ओके एक्चुअली जो मेरे इंस्टीट्यूशंस की बैंड रिक्वायरमेंट है 6 ओवरऑल 1 मॉड्यूल 5.5 एवलॉन इंस्टीट्यूशंस के लिए सो जो स्टूडेंट्स अप्लाई करते हैं 1 मॉड्यूल 5.5 पे उनको विद इन डे एक दिन या मैक्सिमम 2 दिन के अंदर ऑफर लेटर प्रोवाइड किया जाता है और मान लीजिए अगर कोई ऐसा बच्चा है जिसकी परसेंटेज कम है लेकिन बैंड स्कोर उसका ज़्यादा है ना तो उसका बन सकता है क्या परसेंटेज जो एक्चुअली रिक्वायरमेंट है कॉलेज की परसेंटेज की वो 50% ही है तो मुझे लगता है कि 50% से कम होने पे एप्लीकेशन हाई कमीशन से अप्रूव्ड नहीं होगी तो मिनिमम जो बेसिक रिक्वायरमेंट ऑफ हाई कमीशन है वो 50% का ही है तो आई सुजेस्ट टू स्टूडेंट्स प्लीज़ आप लोग 50 तक ही अपना जो एवरेज स्कोर है उसके हिसाब से करें क्योंकि कॉलेज की जो एलिजिबिलिटी है वो 50% ओवरऑल 6 ओवरऑल बैंड 1 मिडिल 5.5 पे अप्लाई कर सकते हैं आराम से बहुत सारे बच्चे ऐसे भी हैं जिनकी परसेंटेज भी ठीक होती है बैंड्स भी होते हैं लेकिन जब वो अप्लाई करते हैं तो उनको ऑफर लेटर नहीं मिलता है ऐसा क्यों होता है एक्चुअली क्या होता है कि स्टूडेंट्स थोड़ा सा एरिया वाइज थोड़ा सा रिस्ट्रिक्स रहता है कि मुझे इसी एरिया में जाना है वहाँ पे जाना है सो मेरे इंस्टीट्यूशंस में एवलॉन की अगर मैं बात करूँ तो यहाँ पे सीट्स की कोई लिमिटेशंस नहीं है क्योंकि हमारे पास मल्टीपल इनटेक्स हैं क्योंकि मेजरली क्या होता है दूसरे इंस्टीट्यूशंस में जो जनवरी मई और सितंबर 3 इनटेक होते हैं इस इंस्टीट्यूशन में 6 इनटेक्स हैं 6 इनटेक हैं जिसमें हर 2 महीने के बाद स्टूडेंट्स रोटेशंस पे अपना इनटेक ले सकता है तो सीट्स अवेलेबिलिटी पे डिपेंड करता है कि उसका ऑफर लेटर आएगा या नहीं आएगा ओवरऑल जो आप कह रहे हैं वो 6 बैंड्स चाहिए लेकिन अगर मान लीजिए 2 बैंड्स में 7 है और 2 बैंड में 5.5 है नॉट लेस देन 5.5 है 2 मॉड्यूल में तो क्या वो अप्लाई कर सकता है अगर उसकी परसेंटेज 60% है 2 मॉड्यूल 5.5 पे अप्लाई करना चाहते हो तब भी कर सकता है मेरे इंस्टीट्यूशन राइट और बेस्ट चीज़ क्या है कि मेरे इंस्टीट्यूशंस में स्टूडेंट्स को मई 21 और जुलाई 21 के लिए दोनों इनटेक्स के लिए फ्लैट $2,000 की स्कॉलरशिप मिल रही है सो जो एनुअली फ़ीस है उसमें से $2,000 की जो स्कॉलरशिप है वो इंडिया से ही स्टूडेंट्स लेके अपना अप्लाई करेगा उबेर जी ਅਤੇ प्रशांत जी साढ़े नाल मौजूद ने गलबात करांगे सर आप कौन से कॉलेज को रिप्रेजेंट कर रहे हो हम बेसिकली यूके के 150 यूनिवर्सिटीज़ हम रिप्रेजेंट कर रहे हैं अभी यहाँ पे तो बेसिकली क्या है कि यूके में अभी आइल्स का जो स्कोर है कुछ बच्चों का ये कंसर्न रहता है कि आइल्स का स्कोर वो मीट नहीं कर पा रहे हैं तो उन बच्चों को हम ये एडवाइस करते हैं कि वो दे गो फॉर यूके वी आइल्स में क्या होता है कि अगर बच्चे के कुछ बैंड्स कम भी आते हैं तो हम प्री सेशनल के थ्रू उन्हें यूके भेज सकते हैं तो जो फॉर एग्जांपल किसी यूनिवर्सिटी की रिक्वायरमेंट अगर 6.5 बैंड्स है और अगर बच्चा उतना स्कोर नहीं कर पा रहा है अगर उसने यूके वी आइल्स अपेयर किया होगा तो हम उसे कम बैंड्स अगर उसके फॉर एग्जांपल 6 हो या 5.5 हो तो हम प्री सेशनल लगा के उसे प्री सेशनल क्लासेस दे के उसे यूके उस यूनिवर्सिटी में भेज सकते हैं उसे कुछ कोर्स ड्यूरेशन का थोड़ा बहुत इंक्रीज़ हो जाता है बट वो बच्चा यूके जा सकता है मान लीजिए मैं स्टूडेंट हूँ एक मैंने भी आइल्स की थी मैंने भी तो मान लीजिए मेरे 6.5 बैंड मेरे कई बार ऐसा होता है कि एक मॉड्यूल में या 2 मॉड्यूल में कम बैंड होते हैं लेकिन परसेंटेज ठीक होती है तो क्या मैटर करता है ये परसेंटेज ज़्यादा हो तो मिल सकता है ये एडमिशन बेसिकली ये यूनिवर्सिटी टू यूनिवर्सिटी ये डिपेंड करता है कुछ यूनिवर्सिटीज़ में जो ओवरऑल बैंड्स कंसिडर किया जाता है बाकी कुछ बैंड्स अगर कम भी हो तो हम कर सकते हैं कुछ ना कुछ कर सकते हैं वहाँ पे बट अगर आप टियर 1 यूनिवर्सिटीज़ की बात करें तो वहाँ पे तो कोई कॉम्प्रोमाइज़ नहीं होता टियर 3 यूनिवर्सिटीज़ में डिफरेंट रिक्वायरमेंट्स हैं और अगर बच्चे की आइल्स के बैंड्स कम है तो हम पाथवे प्रोग्राम फाउंडेशन प्रोग्राम्स के थ्रू भी बच्चों को भेज सकते हैं 5.5 ऑल बैंड्स पे अगर बच्चे का नॉर्मल जो एकेडमिक्स आइल्स पे का स्कोर है तो उसको भी हम यूके में एडमिशन करवा सकते हैं तो जी मान लीजिए मेरे बैंड्स ज़्यादा हैं मान लीजिए
एट बैंड ईच मेरे आ गए हैं मान लीजिए, अगर मेरी परसेंटेज कम है, परसेंटेज बहुत ज़्यादा बिलो मान लीजिए बिलो 60 या बिलो 50 मान लीजिए, तो क्या चांसेस हैं उनके कि मेरा वीज़ा लग सकता है? वीज़ा लगने के चांसेस हैं, बिल्कुल है। जो हमारे जैसे मैंने कहा कि हमारे जो फाउंडेशन प्रोग्राम, अगर फॉर एग्जांपल जो टियर 3 यूनिवर्सिटीज़ हैं, हम 55% के बेस पे भी उनको भेज सकते हैं। एक कुछ यूनिवर्सिटी जो 50% पे भी ले रही हैं वो, बट अगर बच्चे के 50 से भी कम है तो हम पाथवेज के थ्रू बच्चे को भेज सकते हैं और पाथवेज काम कर जाएगा। पाथवेज काम कर जाएगा, फाउंडेशन प्रोग्राम्स काम कर जाएंगे और बच्चा जा सकता है, यूके जा सकता है। और यही बात बहुत फैल रही हुई है कि यूके का वीज़ा बहुत इजीली मिल जाता है, सभी को मिल रहा है जो भी लगा रहे हैं वहाँ पे। हाँ, अगर आपकी प्रोफाइल जेन्युइन है, अगर आप ये जो एकेडमिक्स वगैरह की वेरिफिकेशन तो ऑफ कोर्स होती है, अगर आपकी एकेडमिक्स वगैरह सब जेन्युइन है तो आप चांसेस आपके वीज़ा लगने के बहुत अच्छे हैं। RDC ਐਟ ਸਟਰਲਿੰਗ ਤੋਂ ਪ੍ਰਿਯੰਕਾ ਜੀ ਮੌਜੂਦ ਨੇ, ਨਾਲ ਗੱਲਬਾਤ ਕਰਾਂਗੇ। ਪ੍ਰਿਯੰਕਾ ਜੀ, ਬਹੁਤ ਸਾਰੇ ਸਟੂਡੈਂਟਸ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੇ ਬੈਂਡਸ ਘੱਟ ਹੁੰਦੇ ਨੇ, ਤਾਂ ਇਹ ਕਾਲਜਸ ਦੇ ਵਿੱਚ ਕੀ ਜ਼ਰੂਰੀ ਹੈ ਕਿ ਜ਼ਿਆਦਾ ਬੈਂਡ ਹੋਣੇ ਜ਼ਰੂਰੀ ਨੇ ਕਿ ਬੱਚਾ ਅਗਰ ਐਡਮਿਸ਼ਨ ਲੈਣਾ ਚਾਹੁੰਦਾ ਹੈ? हेलो एवरीवन, मैं प्रियंका रॉय फ्रॉम RDC कॉलेज, रेड डियर कॉलेज एट स्टर्लिंग, जो कि वैंकूवर में है। आपने जैसे पूछा कि ये बैंड्स का जो होता है, नहीं, हमारे पास जो बैंड्स रिक्वायरमेंट है वो बहुत मिनिमम है। अंडर ग्रेड्स के बच्चों के लिए डिप्लोमा है, 2 डिप्लोमास हैं जो कि बहुत अच्छा है एंड स्किल बेस्ड है, सो दैट 2 इयर्स डिप्लोमास के बाद आप इमीडिएट जॉब पे लगो। एंड द बैंड विच इज़ रिक्वायर्ड इज़ 6, नो लेस देन बैंड 5.5, जो कि बहुत नॉमिनल है। एक मॉड्यूल में या 2 मॉड्यूल? एक मॉड्यूल में। एक मॉड्यूल में। और फीस अगर बात की जाए फ़ीस के बारे में, बहुत से स्टूडेंट्स होते हैं वो फ़ीस नहीं पे कर पाते हैं इतनी, तो उनके लिए कोई किस तरह कोई स्पॉन्सरशिप या किस? सबसे अच्छी बात ये है, आप वैंकूवर जैसे जगह पे जो कि एवरीबडी वांट्स टू गो, वहाँ पर आपको फ़ीस 15,000 के अंडर है कोर्स, ठीक है। नाउ अगर मैं स्पेसिफिकली जाऊँ तो 14,500 कैनेडियन डॉलर्स हैं। उसके ऊपर हम आपको स्कॉलरशिप दे रहे हैं $2,000 की, तो आपकी जो फ़ीस है वो कम होके 13,000 या 12,500 हो गई, जो कि बहुत इफ़ेक्टिव होती है ऑल टुगेदर। मान लीजिए अगर किसी के 2 मॉड्यूल में 5.5 में बैंड्स हैं, तो क्या वो अप्लाई कर सकते हैं? हाँ, कर सकता है। और कितने ओवरऑल बैंड्स कितने चाहिए? ओवरऑल बैंड 6 चाहिए। और अगर स्टूडेंट्स की मान लीजिए परसेंटेज बहुत कम है लेकिन बैंड्स ज़्यादा है, तो वो क्या करें? परसेंटेज आपकी 50 अगर है तो हम करेंगे। अगर बिलो 50 और बैंड हमारे साथ हो, उस केस में हम क्या करेंगे, केस टू केस बेसिस देखेंगे। हम नहीं बोल रहे हैं, आप हमें केस टू केस आएगा हमारे पास, हम बात करेंगे। अगर बच्चे में पोटेंशियल दिखता है हमें, तो हम कंसिडर करेंगे। यानी कि जेन्युइन केस ही होगा जो मिले। बिल्कुल बिल्कुल। ਹਨੀਸ਼ ਉੱਪਲ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ ਉਹਨਾਂ ਨਾਲ। ਹਨੀਸ਼ ਜੀ, ਤੁਸੀਂ ਅੱਜ ਇੰਟਰਨੈਸ਼ਨਲ ਐਜੂਕੇਸ਼ਨ ਫੇਅਰ ਚਲਾਇਆ ਵਾ, ਬਹੁਤ ਸਾਰੇ ਅਜਿਹੇ ਕੰਸਲਟੈਂਟ ਹੁੰਦੇ ਨੇ ਚਲਾਉਂਦੇ ਨੇ ਇਦਾਂ ਹੀ ਫੇਅਰ ਚਲਾਉਂਦੇ ਨੇ, ਲੇਕਿਨ ਬਾਅਦ ਵਿੱਚ ਪਹਿਲਾਂ ਹੀ ਐਡਵਾਂਸ ਵਿੱਚ ਪੇਮੈਂਟਸ ਲੈ ਲੈਣੀਆਂ ਜਾਂਦੀਆਂ ਨੇ ਵੀ ਕਾਲਜ ਦੇ ਵੱਲੋਂ, ਇੱਦਾਂ ਤਾਂ ਨਹੀਂ ਕੀਤਾ ਗਿਆ? ਦੇਖੋ ਬੇਸਿਕਲੀ ਕਿ ਫੇਅਰ ਜਿਹੜਾ ਸੀਗਾ ਹਰ ਪਾਸੇ, ਹਰ ਸੋਸ਼ਲ ਮੀਡੀਆ ਤੇ, ਹਰ ਨਿਊਜ਼ਪੇਪਰ ਦੇ ਉੱਤੇ ਐਡ ਸੀਗੀ। ਕੰਪਨੀ ਕੋਈ ਪ੍ਰੋਸੈਸਿੰਗ ਫੀਸ ਚਾਰਜ ਨਹੀਂ ਕਰੇਗੀ। ਅੱਜ ਕੰਪਨੀ ਦੇ ਵਿੱਚ ਜਿੰਨੇ ਵੀ ਸਟੂਡੈਂਟਸ ਨੇ ਆਫਰ ਲੈਟਰ ਅਪਲਾਈ ਕੀਤਾ, ਸਾਡੇ ਕੰਪਨੀ ਵੱਲੋਂ ਸਿੰਗਲ ਪੈਨੀ ਚਾਰਜ ਨਹੀਂ ਕੀਤੀ। ਉਲਟਾ ਜਿਹੜੇ ਕਾਲਜ ਦੀ ਆਫਰ ਲੈਟਰ ਵੇਵਰ ਪੇਡ ਸੀਗੀ, ਉਹਨਾਂ ਦੀ 50% ਵੇਵਰ ਮਿਲੀ। ਯਾਨੀ ਕਿਸੇ ਕਾਲਜ ਅਗਰ ਆਫਰ ਲੈਟਰ $100 ਦਾ, ਬੱਚੇ ਨੂੰ $50 ਦੇਣੇ ਪਏ। ਤਾਂ ਸਟੂਡੈਂਟਸ ਲਈ ਬਹੁਤ ਵਧੀਆ ਰਿਹਾ ਇਸ ਫੇਅਰ। ਕਿਹੜੇ ਕਾਲਜ ਦੇ ਡੈਲੀਗੇਟਸ ਤੇ ਪਹੁੰਚੇ ਸੀਗੇ, ਹੈਲਪ ਕੀਤੀ ਗਈ ਉਹਨਾਂ ਦੀ ਜਿਹੜੀ ਕੁਐਰੀ ਸੀਗੀ? ਦੇਖੋ ਬੇਸਿਕਲੀ ਕੀ ਹੁੰਦਾ ਹੈ ਕਿ ਨਾਰਮਲੀ ਜਦੋਂ ਵੀ ਕੋਈ ਸਟੂਡੈਂਟ ਨੇ ਬਾਹਰ ਜਾਣ ਦਾ ਸੁਪਨਾ ਹੁੰਦਾ ਹੈ, ਉਹ ਇੱਕ ਕੰਸਲਟੈਂਟ ਦੇ ਆਫਿਸ ਜਾਂਦਾ ਹੈ, ਉਸ ਕੰਸਲਟੈਂਟ ਤੋਂ ਆਪਣਾ ਕਾਲਜ ਤੇ ਕੋਰਸ ਦੀ ਚੋਣ ਕਰਕੇ ਵੀਜ਼ਾ ਅਪਲਾਈ ਕਰ ਲੈਂਦਾ, ਫਿਰ ਹੋ ਜਾਂਦਾ ਵੀਜ਼ਾ ਰਿਫਿਊਜ਼। ਹੁਣ ਇਹਦੇ ਵਿੱਚ ਕੀ ਹੁੰਦਾ ਹੈ ਕਿ ਕੰਸਲਟੈਂਟ ਆਪਣੇ ਹਿਸਾਬ ਨਾਲ ਕਾਲਜ ਔਰ ਕੋਰਸ ਚੂਜ਼ ਕਰਦਾ। ਸਾਡੇ ਕੋਲ ਜਿੰਨੇ ਵੀ ਸਟੂਡੈਂਟਸ ਆਏ, ਪੇਰੈਂਟਸ ਆਏ, ਉਹਨਾਂ ਸਾਰਿਆਂ ਨੇ 1-to-1 ਕਾਉਂਸਲਿੰਗ ਜਿਹੜੀ ਹੈ ਕਾਲਜ ਦੇ ਰਿਪਰੈਜ਼ੈਂਟੇਟਿਵ ਤੋਂ ਲਿੱਤੀ। ਕਾਲਜ ਦੇ ਰਿਪਰੈਜ਼ੈਂਟੇਟਿਵ ਦੀ ਕਾਉਂਸਲਿੰਗ ਦੇ ਆਧਾਰ 'ਤੇ ਉਹਨਾਂ ਨੇ ਕੋਰਸ ਸਿਲੈਕਟ ਹੋਇਆ, ਉਹਨਾਂ ਦੇ ਕੋਰਸ ਦੇ ਬਾਰੇ ਬੈਨੀਫਿਟਸ ਦੱਸੇ ਗਏ ਅਤੇ ਉਸ ਦੇ ਆਧਾਰ 'ਤੇ ਉਹਨਾਂ ਨੇ ਆਫਰ ਲੈਟਰ ਅਪਲਾਈ ਕੀਤਾ। ਜ਼ਿਆਦਾ ਸਟੂਡੈਂਟ ਉਹ ਵੀ ਸੀਗੇ ਜਿਨ੍ਹਾਂ ਦਾ ਆਲਰੇਡੀ ਵੀਜ਼ਾ ਕੈਨੇਡਾ ਦਾ ਰਿਫਿਊਜ਼ ਹੋ ਗਿਆ ਸੀ, ਜਾਂ ਜਿਨ੍ਹਾਂ ਦੀ ਯੂਕੇ ਦੀਆਂ ਆਫਰ ਲੈਟਰ ਨਹੀਂ ਆ ਰਹੀਆਂ ਸੀਗੀਆਂ। ਅੱਜ ਉਹ ਵੀ ਸਟੂਡੈਂਟ ਨੇ ਸਾਡੇ ਕੋਲ ਆਫਰ ਲੈਟਰ ਅਪਲਾਈ ਕੀਤੀ, ਬਿਕੋਜ਼ ਕਿਤੇ ਨਾ ਕਿਤੇ ਉਹਨਾਂ ਜਦੋਂ ਸਟੂਡੈਂਟ ਦਾ ਅਤੇ ਕਾਲਜ ਦੇ ਰਿਪਰੈਜ਼ੈਂਟੇਟਿਵ ਨਾਲ ਕਾਉਂਸਲਿੰਗ ਹੁੰਦੀ ਹੈ, ਤਾਂ ਸਟੂਡੈਂਟ ਦੇ ਮਨ ਦੇ ਵਿੱਚ ਕਲੀਅਰ ਹੁੰਦਾ ਕਿ ਮੇਰਾ ਕੋਰਸ ਔਰ ਮੇਰਾ ਕਾਲਜ ਸਹੀ ਚੋਣ ਹੋਇਆ। ਤਾਂ ਇਸ ਕਰਕੇ ਸਾਡੇ ਕੋਲ ਕੈਨੇਡਾ ਯੂਕੇ ਦਾ ਬਹੁਤ ਵਧੀਆ ਆਈ ਰਿਸਪੌਂਸ ਮਿਲਿਆ ਸਾਨੂੰ। ਹੋਰ ਕਿਹੜੀ ਕੰਟਰੀਜ਼ ਦਾ ਕੀਤਾ ਗਿਆ? ਇਕੱਲਾ ਕੈਨੇਡਾ ਤੇ ਯੂਕੇ ਦਾ ਹੀ ਕੀਤਾ ਗਿਆ, ਹੋਰ ਵੀ ਕਾਲਜਸ ਦਾ? ਨਹੀਂ, ਸਿਰਫ ਜਿਹੜੀ ਕੈਨੇਡਾ ਔਰ ਯੂਕੇ ਦਾ ਸੀਗਾ। ਔਰ ਕੈਨੇਡਾ ਦੇ ਵਿੱਚ ਵੀ ਮਈ ਇਨਟੇਕ ਸੀਗਾ, ਸਤੰਬਰ ਇਨਟੇਕ ਸੀਗਾ। ਯੂਕੇ ਦਾ ਵੀ ਮਈ ਔਰ ਸਤੰਬਰ 2021 ਇਨਟੇਕ ਸੀਗਾ।
ਯੂਕੇ ਦੀ ਅਗਰ ਗੱਲ ਕਰੋ, ਯੂਕੇ ਵਿੱਚ ਜ਼ਿਆਦਾਤਰ ਉਹ ਸਟੂਡੈਂਟਸ ਅਪਲਾਈ ਕੀਤਾ ਜਿਨ੍ਹਾਂ ਦੀਆਂ ਆਫਰ ਲੈਟਰ ਪਹਿਲਾਂ ਨਹੀਂ ਆ ਰਹੀਆਂ ਸੀਗੀਆਂ, ਜਾਂ ਜਿਹੜੇ ਸਟੂਡੈਂਟ ਨੇ ਕਿਸੇ ਹੋਰ ਕਲਸਟੈਂਟ ਤੋਂ ਆਫਰ ਲੈਟਰ ਅਪਲਾਈ ਕੀਤਾ ਸੀ, ਕੈਸ ਲੈਟਰ ਨਹੀਂ ਆ ਰਿਹਾ ਸੀਗਾ, ਉਹਨਾਂ ਸਟੂਡੈਂਟ ਨੇ ਸਾਡੇ ਕੋਲ ਦੁਬਾਰਾ ਅਪਲਾਈ ਕੀਤਾ। ਔਰ ਸਭ ਤੋਂ ਜ਼ਿਆਦਾ ਸਟੂਡੈਂਟ ਸਾਡੇ ਕੋਲ ਆਏ ਜਿਹੜੇ ਮਈ 2021 ਦੀ ਭਾਲਦੇ ਸੀਗੇ, ਸਾਨੂੰ ਮਈ 2021 ਇੰਟੇਕ ਦੀ ਐਡਮਿਸ਼ਨ ਮਿਲ ਜਾਏ, ਉਹਨਾਂ ਨੇ ਸਾਡੇ ਕੋਲ ਆਫਰ ਲੈਟਰ ਪ੍ਰੋਸੈਸ ਕੀਤਾ। ਜਦੋਂ ਗੱਲਬਾਤ ਕੀਤੀ ਆ ਕੰਸਲਟੈਂਟਸ ਦੇ ਨਾਲ, ਮਾਫ ਕਰਨਾ ਡੈਲੀਗੇਟਸ ਦੇ ਨਾਲ, ਤਾਂ ਉਹਨਾਂ ਨੇ ਕਹਿਣਾ ਸੀਗਾ ਕਿ ਜਿਹੜੇ ਬੈਂਡਸ ਲੋਕ ਬੱਚਿਆਂ ਦੇ ਘੱਟ ਸੀਗੇ ਤਾਂ ਉਹਨਾਂ ਦੀ ਅਪਲਾਈ ਕਰਕੇ ਦੇਖਿਆ ਤਾਂ ਉਹਨਾਂ ਦੇ ਵੀ ਵੀਜ਼ਾ ਜਿਹੜੇ ਆ ਰਹੇ ਨੇ, ਆਫਰ ਲੈਟਰਸ ਆ ਰਹੇ ਨੇ, ਲੇਕਿਨ ਬੱਚਿਆਂ ਦੇ ਵਿੱਚ ਡਰ ਇਹ ਹੈ ਕਿ ਸਾਨੂੰ ਆਫਰ ਲੈਟਰਸ ਆ ਜਾਂਦੇ, ਲੇਕਿਨ ਸਾਡੀ ਜਿਹੜੇ ਵੀਜ਼ਾ ਸੀਗੇ ਉਹਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ। ਦੇਖੋ ਇਹਦੇ ਵਿੱਚ ਬੇਸਿਕਲੀ ਸਾਡੇ ਕੋਲ ਜਿੰਨੇ ਵੀ ਕਾਲਜ ਆਏ ਸਾਰੇ ਪਬਲਿਕ ਕਾਲਜ ਹੈ, ਯਾਨੀ ਪੋਸਟ ਸਟੱਡੀ ਵਰਕ ਪਰਮਿਟ ਵਾਲੇ ਕਾਲਜਿਸ ਆਏ ਸੀਗੇ। ਹੁੰਦਾ ਕਿ ਜਿਹੜੇ ਪ੍ਰਾਈਵੇਟ ਕਾਲਜ ਹੈ ਜਿਨ੍ਹਾਂ ਦੀ ਰਿਕੁਆਇਰਮੈਂਟ ਬੈਂਡ ਦੀ ਹੁੰਦੀ ਨਹੀਂ, ਜੋ ਆਪਣੇ ਹਿਸਾਬ ਨਾਲ ਬੈਂਡ ਡਿਸਾਈਡ ਕਰਦੇ ਆ, ਉਹਨਾਂ ਦੇ ਵਿੱਚ ਆਪਾਂ ਅਪਲਾਈ ਵੀ ਨਹੀਂ ਕਰਦੇ। ਇਹ ਜਿਹੜੇ ਵੀ ਕਾਲਜ ਸਾਡੇ ਕੋਲ ਆਏ ਸਾਰਿਆਂ ਦੀ ਰਿਕੁਆਇਰਮੈਂਟ 6 ਈਚ ਹੈ, ਜਾਂ ਜਿਨ੍ਹਾਂ ਦੀ 1 ਚੋਂ 5.5 ਬੈਂਡ ਹੈ, ਉਹਨਾਂ ਨੇ ਅਪਲਾਈ ਕੀਤਾ। ਤਾਂ ਸਾਡੇ ਕੋਲ ਜਿਹੜੇ ਸਟੂਡੈਂਟ ਦੇ ਬੈਂਡ ਘੱਟ ਸੀਗੇ ਉਹਨਾਂ ਨੂੰ ਵੀ ਆਪਾਂ ਬੈਨੀਫਿਟ ਦਿੱਤਾ ਕਿ ਉਹ ਸਟੂਡੈਂਟ ਅੱਜ ਸਾਡੇ ਕੋਲ ਕਾਉਂਸਲਿੰਗ ਲੈ ਕੇ ਚਲਾ ਗਿਆ। ਆਈਲੈਟਸ ਦੀ ਕੋਚਿੰਗ ਵਾਸਤੇ ਉਹਨਾਂ ਨੇ ਸਾਡੇ ਕੋਲ ਜੁਆਇਨ ਕੀਤਾ ਹੈ। ਅੱਜ ਦੇ ਦਿਨ ਆਈਲੈਟਸ ਦੀ ਕੋਚਿੰਗ 'ਤੇ 50% ਡਿਸਕਾਊਂਟ ਦਿੱਤਾ, ਯਾਨੀ ਜਿਹੜੇ ਸਟੂਡੈਂਟ ਸਾਡੇ ਕੋਲ ਅੱਜ ਆਈਲੈਟਸ ਲਈ ਵੀ ਇਨਰੋਲ ਹੋਏ ਉਹਨਾਂ ਨੂੰ 50% ਆਫ ਮਿਲਿਆ। ਉਹਨਾਂ ਨੇ ਪੈਰਲਲੀ ਆਪਣੀ ਜਿਹੜੀ ਹੈ ਕੰਡੀਸ਼ਨਲ ਆਫਰ ਲੈਟਰ ਮੰਗਾ ਲਈ। ਕੰਡੀਸ਼ਨਲ ਆਫਰ ਲੈਟਰ ਦਾ ਮਤਲਬ ਇਹ ਹੈ ਕਿ ਉਹਨਾਂ ਨੇ ਆਪਣੀ ਆਫਰ ਲੈਟਰ ਅਪਲਾਈ ਕਰਤੀ ਮਈ ਔਰ ਸਤੰਬਰ ਲਈ। ਹੁਣ ਜਦੋਂ ਆਈਲੈਟਸ ਕਰ ਲੈਣਗੇ ਸਾਡੇ ਕੋਲ ਆ ਕੇ ਵੀਜ਼ਾ ਅਪਲਾਈ ਕਰ ਲੈਣਗੇ। ਹਾਂਜੀ ਜੀ, ਕਈ ਸਾਰੇ ਅਜਿਹੇ ਵੀ ਬੱਚੇ ਨੇ ਜਿਹੜੇ ਅਲੱਗ-ਅਲੱਗ ਸਿਟੀ ਤੋਂ ਬਿਲੋਂਗ ਕਰਦੇ ਨੇ ਨਾ, ਕੋਈ ਦੂਰੋਂ ਵੀ ਆਉਂਦੇ ਨੇ, ਤਾਂ ਹੋਰ ਵੀ ਸਿਟੀਜ਼ ਦੇ ਵਿੱਚ ਆਪਣੀ ਵਿਜ਼ਨ ਗਰੁੱਪ ਦੇ ਆਫਿਸਿਸ ਮੌਜੂਦ ਨੇ? ਹਾਂ ਬਿਲਕੁਲ ਜੀ, ਸਾਡੇ ਹੁਣ 4 ਆਫਿਸਿਸ ਹੈ, ਲੁਧਿਆਣਾ ਹੈ, ਪਟਿਆਲਾ ਹੈ, ਚੰਡੀਗੜ੍ਹ ਹੈ ਅਤੇ ਕੁਰੂਕਸ਼ੇਤਰ ਹੈ। ਕੱਲ੍ਹ ਸਵੇਰੇ ਸਾਡਾ ਜਿਹੜਾ ਫੇਅਰ ਹੋ ਰਿਹਾ ਉਹ ਪਟਿਆਲਾ ਵਿੱਚ ਹੋ ਰਿਹਾ। ਇਹ ਸਾਰੀ ਟੀਮ ਵਿਦ ਕਾਲਜ ਡੈਲੀਗੇਟਸ ਕੱਲ੍ਹ ਪਟਿਆਲਾ ਪਹੁੰਚ ਰਹੇ ਹੈ, ਔਰ ਪਟਿਆਲਾ ਵੀ ਸਾਡਾ ਹੋਟਲ ਮੋਹਨ ਕੌਂਟੀਨੈਂਟਲ ਦੇ ਵਿੱਚ ਹੈ। ਉਸ ਤੋਂ ਅਗਲੇ ਦਿਨ ਸਾਡਾ 24 ਤਰੀਕ ਕੁਰੂਕਸ਼ੇਤਰ ਦੇ ਵਿੱਚ ਹੈ, ਜਿੱਥੇ ਸਾਡਾ ਆਫਿਸ ਹੈ ਸੈਕਟਰ 17 ਦੇ ਵਿੱਚ। ਅਤੇ ਲਾਸਟ ਜਿਹੜਾ ਸੈਮੀ ਫੇਅਰ ਹੈ ਐਂਡ ਹੋਣਾ ਉਹ ਚੰਡੀਗੜ੍ਹ ਵਿੱਚ ਹੋਣਾ, ਸੈਕਟਰ 8C ਮੱਧਿਆ ਮਾਰਗ ਵਿੱਚ। ਬਹੁਤ ਧੰਨਵਾਦ। ਥੈਂਕ ਯੂ। ਸੋ ਇਸ ਨਾਲ ਹਨੀਸ਼ ਉੱਪਲ ਜੀ। ਸੋ ਜਿਹੜੇ ਬੱਚਿਆਂ ਨੂੰ ਕੁਐਰੀ ਸੀਗੀਆਂ ਕਿ ਸਾਨੂੰ ਜਿਹੜੇ ਹੈ ਕਿਸ ਤਰੀਕੇ ਨਾਲ ਵੀਜ਼ਾ ਮਿਲ ਸਕਦਾ ਹੈ, ਤਾਂ ਅਲੱਗ-ਅਲੱਗ ਕੰਟਰੀਜ਼ ਦੇ ਅਲੱਗ-ਅਲੱਗ ਕਾਲਜਿਸ ਦੇ ਡੈਲੀਗੇਟਸ ਪਹੁੰਚੇ ਨੇ, ਤਾਂ ਬੱਚਿਆਂ ਦੇ ਜੋ ਕੁਐਰੀ ਸੀ ਸੋਲੂਸ਼ਨਸ ਉਹਨਾਂ ਦੇ ਕੱਢੇ ਗਏ ਨੇ, ਤੇ ਬਹੁਤ ਸਾਰੇ ਬੱਚਿਆਂ ਦੇ ਆਫਰ ਲੈਟਰਸ ਵੀ ਅਪਲਾਈ ਕੀਤੇ ਗਏ, ਜਿਨ੍ਹਾਂ ਦੇ ਆਫਰ ਲੈਟਰਸ ਪਹੁੰਚ ਵੀ ਗਏ ਨੇ ਤੇ ਕਈਆਂ ਦੇ ਪੈਂਡਿੰਗ ਨੇ। ਤਾਂ ਉਹਨਾਂ ਨੂੰ ਵੀ ਜਿਹੜੇ ਆ ਹੁਣ ਹੋਪ ਮਿਲ ਰਹੀ ਹੈ ਕਿ ਉਹਨਾਂ ਦੇ ਵੀਜ਼ਾ ਜਿਹੜੇ ਬਹੁਤ ਜਲਦ ਮਿਲ ਸਕਦਾ ਹੈ। ਸੋ ਵਧੇਰੀ ਅਪਡੇਟਸ ਜੁੜ ਰਹੋ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਤੋਂ ਤੁਹਾਡੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ।